ਕੇਂਦਰ ਸਰਕਾਰ ਵੱਲੋਂ ਆਯੁਸ਼ਮਾਨ ਕਾਰਡ ਸਕੀਮ ਤਹਿਤ ਹਰ ਵਰਗ ਦੇ ਲੋਕਾਂ ਦਾ ਮੁਫਤ ਇਲਾਜ ਕਰਨ ਦੀ ਸਕੀਮ ਹਰ ਰਾਜ ਦੇ ਵਿੱਚ ਚਲਾਈ ਗਈ ਸੀ, ਜੋ ਹੁਣ ਪੰਜਾਬ ਵਿੱਚ ਪੂਰੀ ਤਰ੍ਹਾਂ ਬੰਦ ਹੁੰਦੀ ਨਜ਼ਰ ਆ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਵਾਲੇ ਲੋਕਾਂ ਦੀ ਬਕਾਇਆ ਰਾਸ਼ੀ ਵਾਪਸ ਨਾ ਕੀਤੇ ਜਾਣ ਕਾਰਨ ਹੁਣ ਇਹ ਸਕੀਮ ਬੰਦ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੇ ਤਹਿਤ ਲੋਕਾਂ ਦਾ ਇਲਾਜ ਕਰਾਉਣਾ ਮੁਸ਼ਕਲ ਹੋ ਗਿਆ ਤੇ ਉੱਥੇ ਹੀ ਆਯੁਸ਼ਮਾਨ ਕਾਰਡ ਦਾ ਲਾਭ ਲੈਣਾ ਵੀ ਅਸੰਭਵ ਹੋ ਗਿਆ। ਉੱਥੇ ਹੀ ਜਲੰਧਰ ਦੇ NH ਹਸਪਤਾਲ ਦੇ ਡਾਕਟਰ ਸੁਭਾਗ ਅਗਰਵਾਲ ਅਤੇ ਗਲੋਬਲ ਹਸਪਤਾਲ ਦੇ ਡਾਕਟਰ ਨਵਜੋਤ ਸਿੰਘ ਨੇ ਦੱਸਿਆ ਕਿ ਇਸ ਕਾਰਡ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਸਕੀਮ ਤਹਿਤ ਆਉਂਦੇ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ। ਆਓ ਸੁਣਦੇ ਹਾਂ ਕੀ ਕੁਝ ਕਹਿਣਾ ਹੈ ਇਹਨਾਂ ਡਾਕਟਰਾਂ ਦਾ। ਦੇਖੋ, ਆਪਾਂ ਇਕੱਲੇ ਜਲੰਧਰ ਦੀ ਗੱਲ ਨਹੀਂ ਕਰਦੇ, ਆਪਾਂ ਸਾਰੇ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਮੈਂ ਪੰਜਾਬ ਦਾ ਸਾਬਕਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਪਿਛਲੇ 1.5 ਮਹੀਨਾ ਪਹਿਲਾਂ ਅਸੀਂ ਗੌਰਮੈਂਟ ਤੋਂ ਦੇ ਨਾਲ ਜਿਹੜੇ ਇਹਨਾਂ ਦੇ ਪੁਰਾਣੇ ਹੈਲਥ ਮਿਨਿਸਟਰ ਸੀਗੇ, ਜਿਨ੍ਹਾਂ ਨੂੰ ਇਹਨਾਂ ਨੇ ਆਪੇ ਹੀ ਫੜ ਕੇ ਬਾਅਦ ਜੇਲ੍ਹ 'ਚ ਵੀ ਭੇਜ ਦਿੱਤਾ ਸੀ, ਉਹਨਾਂ ਨਾਲ ਕੋਈ 10 ਮੀਟਿੰਗਸ। ਉਹਦੇ ਬਾਅਦ ਜਿਹੜੇ ਨਵੇਂ ਹੈਲਥ ਮਿਨਿਸਟਰ ਸਾਹਿਬ ਆਏ ਉਹਨਾਂ ਨਾਲ ਮੀਟਿੰਗ, SHA ਜਿਹਨੂੰ ਸਟੇਟ ਹੈਲਥ ਏਜੰਸੀ ਕਹਿੰਦੇ ਆ, ਔਰ ਸੈਕਟਰੀ ਸਾਹਿਬ ਨਾਲ ਕੋਈ ਘੱਟ ਤੋਂ ਘੱਟ ਜਦੋਂ ਤੋਂ ਇਹ ਸਰਕਾਰ ਬਣੀ ਹੈ ਸਾਡੀਆਂ ਕੋਈ 18-19 ਮੀਟਿੰਗ ਸਾਰਿਆਂ ਨਾਲ ਹੋ ਚੁੱਕੀਆਂ। ਹਰ ਵੇਲੇ ਸਾਨੂੰ ਆਸ਼ਵਾਸਨ ਦਿੱਤਾ ਗਿਆ, ਪਰ ਸਾਡੀ ਤਕਲੀਫ ਕੀ ਹੈ ਕੋਈ ਸੁਣਨ ਨੂੰ ਤਿਆਰ ਨਹੀਂ। ਜਿਹੜੀ ਸਾਨੂੰ ਕਈ ਵਾਰੀ ਗੱਲ ਲੱਗਦੀ ਹੈ ਉਹ ਇਹ ਹੈ ਕਿ ਜਾਂ ਤਾਂ ਇਹ ਸੁਣਨਾ ਨਹੀਂ ਚਾਹੁੰਦੇ ਅਤੇ ਜਾਂ ਇਹਨਾਂ ਦੀਆਂ ਕੀ ਮਨਸੂਬੇ ਨੇ, ਮੇਰੀ ਗੱਲ ਸਮਝ ਤੋਂ ਬਾਹਰ ਹੈ। ਤੁਸੀਂ ਇਹ ਸੋਚੋ ਕਿ ਅਸੀਂ ਜੇ ਮੰਨ ਲਓ ਕਿਸੇ ਇੱਕ ਹਸਪਤਾਲ ਵੱਲੋਂ ਮਹੀਨੇ ਦੇ ਵਿੱਚ 5-6 ਲੱਖ ਰੁਪਏ ਦਾ ਇਲਾਜ ਕਰਦੇ ਹਾਂ, ਅਤੇ ਇੱਕ ਤਾਂ ਜਿਹੜਾ ਉਹ ਟਰੀਟਮੈਂਟ ਹੈ ਉਹ ਪੈਕੇਜ ਬੇਸਡ ਹੁੰਦਾ ਹੈ, ਉਹਦਾ ਜੋ ਇਹਨਾਂ ਨੇ ਪ੍ਰਾਈਸ ਫਿਕਸ ਕੀਤਾ ਹੋਇਆ ਤੁਸੀਂ ਉਨਾ ਹੀ ਚਾਰਜ ਕਰ ਸਕਦੇ ਹੋ, ਅਤੇ ਪੇਸ਼ੈਂਟ ਤੋਂ ਉਹ ਲੈਣਾ ਹੁੰਦਾ ਹੈ। ਮੰਨ ਲਓ ਇੱਕ ਪੇਸ਼ੈਂਟ ਦੇ ਹਾਰਟ ਦਾ ਸਟੈਂਟ ਹੋਇਆ ਅਤੇ ਉਹਦਾ ਗੌਰਮੈਂਟ ਨੇ ਕੋਈ 90,000 ਰੁਪਇਆ ਜੇ ਦੇਣਾ ਸੀਗਾ, ਉਹਦੇ ਵਿੱਚੋਂ 25-30 ਹਜ਼ਾਰ ਦਾ ਸਟੈਂਟ ਆ ਗਿਆ, 25-30 ਹਜ਼ਾਰ ਦੀ ਦਵਾਈ ਆ ਗਈ, ਅਤੇ ਕੋਈ 25-30 ਹਜ਼ਾਰ ਰੁਪਏ ਜਿਹੜੇ ਟੈਕਨੀਸ਼ੀਅਨ, ਸਟਾਫ, ਨਰਸਿਸ, ਜਿਹੜਾ ਬਿਜਲੀ ਦਾ ਬਿੱਲ, ਟੈਕਸਿਸ ਉਹ ਚਲੇ ਗਏ। ਇਨ ਦਾ ਐਂਡ ਆਫ ਦਾ ਡੇ ਹਸਪਤਾਲ ਨੂੰ ਕੋਈ 5-6-7 ਹਜ਼ਾਰ ਰੁਪਇਆ ਉਹਦੇ 'ਚੋਂ ਬਚਣਾ ਹੁੰਦਾ। ਅਤੇ ਉਹ ਕਿੱਦਾਂ ਬਚਦਾ ਹੈ ਜਦੋਂ ਅਸੀਂ, ਕਿਉਂਕਿ ਇਹਨਾਂ ਨੇ ਸਾਡੇ ਨਾਲ ਜਿਹੜੀ ਕਮਿਟਮੈਂਟ ਸੀ ਉਹ ਸੀਗੀ ਕਿ 3 ਹਫ਼ਤਿਆਂ ਦੇ ਵਿੱਚ ਕੇਸ ਕਰਨ ਤੋਂ ਬਾਅਦ ਇਹ ਪੇਮੈਂਟ ਦਿਆ ਕਰਨਗੇ। ਹੁਣ ਅਸੀਂ 3 ਹਫ਼ਤੇ ਦਾ ਜਿਹੜਾ ਸਟੈਂਟ ਵਾਲਾ ਹੈ, ਦਵਾਈਆਂ ਵਾਲਾ ਹੈ, ਉਹ ਵੇਟ ਕਰ ਲੈਂਦਾ ਹੈ। ਤਨਖਾਹ ਵੀ ਤੁਸੀਂ ਮਹੀਨੇ ਦੀ ਮਹੀਨੇ ਦੇਣੀ ਹੁੰਦੀ ਹੈ, ਪਰ ਕੋਈ 6-6 ਮਹੀਨੇ ਇੰਤਜ਼ਾਰ ਨਹੀਂ ਕਰ ਸਕਦਾ। ਹੁਣ ਹਸਪਤਾਲਾਂ ਨੂੰ ਕੀ ਹੋਇਆ, ਕਈ ਛੋਟੇ ਹਸਪਤਾਲਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਪਈਆਂ, ਦਵਾਈਆਂ ਦੇ ਪੈਸੇ ਵੀ ਦੇਣੇ ਪਏ, ਅਤੇ ਉਹਨਾਂ ਦੇ ਪੈਸੇ ਜਿਹੜੇ ਆ ਉਹ ਫਸ ਗਏ, ਉਹ ਇਹਨਾਂ ਨੇ ਦਿੱਤੇ ਨਹੀਂ, ਔਰ ਕਈ ਛੋਟੇ ਹਸਪਤਾਲ ਇਸ ਕਰਕੇ ਬੰਦ ਹੋਣ ਦੇ ਕਿਨਾਰੇ 'ਤੇ ਪਹੁੰਚ ਗਏ। ਔਰ ਮੈਂ ਇਹ ਗੱਲ ਕਹਿਣਾ ਕਿ ਆਪਾਂ ਇਕੱਲੀ ਹਸਪਤਾਲਾਂ ਦੀ ਗੱਲ ਨਾ ਕਰੀਏ, ਪਿਛਲੇ ਕੋਈ 6 ਸਾਲ ਤੋਂ ਇਹ ਸਕੀਮ ਜਿਹੜੀ ਹੈ ਚੱਲ ਰਹੀ ਹੈ, ਇਹਦਾ ਜਿਹੜਾ ਬਹੁਤ ਸਾਰਾ ਵੱਡਾ ਖਮਿਆਜਾ ਹੈ ਉਹ ਭੁਗਤਣਾ ਪੈ ਰਿਹਾ ਜਿਹਨਾਂ ਵਿਚਾਰੇ ਗਰੀਬਾਂ ਦਾ ਡਾਇਲਿਸਿਸ ਹੁੰਦਾ ਸੀ, ਜਿਨ੍ਹਾਂ ਕੋਲ ਡਾਇਲਿਸਿਸ ਲਈ ਪੈਸੇ ਹੈ ਨਹੀਂ ਸੀ। ਸੋ ਸਰਕਾਰ ਕੋਈ 1100, 1200, 1500 ਰੁਪਇਆ ਦੇ ਹਿਸਾਬ ਨਾਲ ਡਾਇਲਿਸਿਸ ਦੇ ਪੇਮੈਂਟ ਕਰ ਰਹੀ ਸੀ, ਅਤੇ ਅੱਜ ਬੜੇ ਹੀ ਪੇਸ਼ੈਂਟ, ਕਈ ਵਾਰੀ ਅਸੀਂ ਬਹੁਤ ਮਤਲਬ ਸਾਨੂੰ ਵੀ ਬੜੀ ਨਮੋਸ਼ੀ ਹੁੰਦੀ ਹੈ, ਕਈ ਵਾਰੀ ਉਹਨਾਂ ਨੂੰ ਕਈ ਸੱਜਣਾ ਨਾਲ ਮਿਲ ਕੇ ਕੋਈ ਉਹਨਾਂ ਨੂੰ ਡੋਨੇਸ਼ਨ ਦੇ ਕੇ ਕੁਛ ਕਰ ਕਰਕੇ ਉਹਨਾਂ ਦੇ ਡਾਇਲਿਸਿਸ ਕਰਾ ਰਹੇ ਹਾਂ। ਔਰ 1.5 ਮਹੀਨੇ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਬੰਦ ਹੈ। ਸਿਰਫ ਇਹ ਜਿਹੜਾ ਹੈਗਾ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਅਖਬਾਰਾਂ ਦੇ ਵਿੱਚ ਆਪਣੀ ਛਵੀ ਨੂੰ ਬਚਾਉਣ ਲਈ, ਕੱਲ੍ਹ ਜਦੋਂ PGI ਦੀ ਗੱਲ ਸਾਹਮਣੇ ਆਈ ਅਤੇ ਇਹਨਾਂ ਨੇ ਕਿਹਾ ਜੀ ਅਸੀਂ PGI ਨੂੰ ਪੈਸੇ ਦੇ ਦਿਆਂਗੇ। ਮੈਨੂੰ ਤੁਸੀਂ ਇੱਕ ਗੱਲ ਦੱਸੋ, ਜੇ ਇੱਕ ਬੰਦੇ ਨੇ ਇੱਥੋਂ ਜਲੰਧਰ ਤੋਂ ਡਾਇਲਿਸਿਸ ਕਰਾਉਣ ਲਈ PGI ਜਾਣਾ, ਉਹਨੇ ਦਾ ਤਾਂ ਡਾਇਲਿਸਿਸ ਨਹੀਂ ਜਲੰਧਰ 'ਚ ਹੋਣਾ ਜਿੰਨਾ ਉਹਦਾ ਕਿਰਾਇਆ ਲੱਗ ਜਾਣਾ ਆਉਣ ਜਾਣ ਦਾ। ਸੋ ਇਹ ਬੇਸਿਕਲੀ ਬਹੁਤ ਹੀ ਜ਼ਿਆਦਾ ਜਿਹੜੀ ਸਾਡੀ ਗਰੀਬ ਜਨਤਾ ਹੈਗੀ ਹੈ, ਜਿਹੜੀ ਇਹ ਕਾਰਡਾਂ ਦੇ ਬੈਨੀਫਿਸ਼ਰੀ ਸੀਗੇ, ਉਹਨਾਂ ਦੇ ਜਿਹੜੇ ਕਰੋਨਿਕ ਬਿਮਾਰੀਆਂ ਦੇ ਉੱਤੋਂ ਕੋਈ ਕੈਂਸਰ ਦਾ ਇਲਾਜ ਕਰਾ ਰਿਹਾ ਸੀ। ਤੁਸੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸੀਗੀ ਉਦੋਂ ਸੁਣਿਆ ਕਰਦੇ ਸੀ ਕਿ ਬੀਕਾਨੇਰ ਨੂੰ ਇੱਕ ਕੈਂਸਰ ਟ੍ਰੇਨ ਚੱਲਦੀ, ਉਹ ਜਦੋਂ ਇਲਾਜ ਆਯੁਸ਼ਮਾਨ ਭਾਰਤ ਦੇ ਤਹਿਤ ਇੱਥੇ ਪੰਜਾਬ 'ਚ ਹੋਣ ਲੱਗ ਪਿਆ, ਅਤੇ ਲੋਕਾਂ ਦਾ ਬਹੁਤ ਸਾਰੇ ਜਿਹੜੇ ਵੱਡੇ ਹਸਪਤਾਲ ਹੈਗੇ ਕੈਂਸਰ ਦੇ, ਓਸਵਾਲ ਹੋ ਗਿਆ, DMC ਹੋ ਗਿਆ, ਆਪਣੇ ਜਲੰਧਰ 'ਚ ਪਟੇਲ ਹਸਪਤਾਲ ਹੋ ਗਿਆ, ਕੈਪੀਟਲ, ਸ਼੍ਰੀ ਮਾਨ ਨੇਤਾ, ਜਿਹੜੇ ਵੱਡੇ ਹਸਪਤਾਲ ਹੈਗੇ ਆ ਅੰਮ੍ਰਿਤਸਰ ਦੇ, ਹੋਰ ਉੱਥੇ ਉਹਨਾਂ ਗਰੀਬਾਂ ਦਾ ਇਲਾਜ ਹੋਣ ਲੱਗ ਪਿਆ ਸੀ, ਜਿਹੜਾ ਹੁਣ ਫਿਰ ਉਹਨਾਂ ਨੂੰ ਦਰਬਦਰ ਦੇ ਜਿਹੜੇ ਧੱਕੇ ਠੋਕਰਾਂ ਖਾਣੀਆਂ ਪੈ ਰਹੀਆਂ। ਇਹ ਜਿਹੜੀ ਸਰਕਾਰ ਹੈ ਝੂਠੀਆਂ ਸ਼ੋਹਰਤਾਂ ਦੇ ਲਈ ਜਾ ਕੇ ਕਦੀ SPHC ਦੇ ਵਿੱਚ ਗੱਲਾਂ ਕਰ ਲਈਆਂ, ਕਦੀ ਉਹਦੇ ਬੈੱਡ ਚੈੱਕ ਕਰ ਲੈ। ਪਿੱਛੇ ਜਿਹੇ ਸਾਡੇ ਬੜੇ ਸੀਨੀਅਰ ਵਾਈਸ ਚਾਂਸਲਰ ਜੋ ਹੈਗੇ ਆ ਉਹਨਾਂ ਨਾਲ ਇਹਨਾਂ ਨੇ ਇਹ ਕੁਛ ਕੀਤਾ। ਇਹ ਸਾਰਾ ਕੁਛ ਕਰਨ ਦੀ ਬਜਾਏ ਇਹ ਜਨਤਾ ਦੇ ਨਾਲ ਜਿਹੜੇ ਵਾਅਦਿਆਂ ਦੇ ਨਾਲ ਖੜ੍ਹੇ ਆ ਉਹਦੇ ਉੱਤੇ ਵਚਨਬੱਧਤਾ ਦਿਖਾਉਣ, ਔਰ ਇਹ ਜਿਹੜੀ ਆਯੁਸ਼ਮਾਨ ਦੀ ਪੇਮੈਂਟ ਹੈ ਇਹ ਕਰਨ ਤਾਂ ਜੋ ਲੋਕਾਂ ਦਾ ट्रीटमेंट हो सके। ओके, आयुष्मान भारत स्कीम जो एक्चुअली बहुत अच्छी स्कीम की तरह शुरू हुई थी। जैसे हम लोग सुनते थे बाहर अब्रॉड में, दूसरे बड़े देशों में, अमेरिका वगैरह में एक नेशनल इंश्योरेंस होती है, सोशल सिक्योरिटी जिसको बोलते हैं। तो ये गवर्नमेंट ऑफ इंडिया ने इस तहत इसी तौर पे एक ये स्कीम शुरू करी
और इनिशियली बहुत अच्छी चली। जब उसके रेट्स आए तो प्राइवेट हॉस्पिटल के हिसाब से वो बिल्कुल डर्ट चीप, मतलब बिल्कुल जिसको बोलते हैं बहुत कम रेट्स थे, लेकिन फिर भी सभी प्राइवेट हॉस्पिटल्स ने इस हिसाब से, मोस्ट प्राइवेट हॉस्पिटल्स ने ली कि ये लोगों को एक सेवा देने का एक बहाना ही है। तो आयुष्मान भारत स्कीम हमने भी ली और पंजाब में बहुत सारे हॉस्पिटल्स ने शुरू करा और अच्छा काम भी किया। लेकिन फिर धीरे धीरे जो सरकार की हॉस्पिटल्स की को जो भी एजेंसी पेमेंट रिलीज़ करती है, उन्होंने पेमेंट्स देनी जो हैं वो स्लो कर दी और फिर बंद ही कर दी। और बहुत सारे हॉस्पिटल्स ऐसे हैं जिनकी पेमेंट्स जो है काफ़ी देर तक जो है वो रुकी रही और अभी भी इनफैक्ट जो है पेमेंट्स रुकी रही। सो IMA पंजाब ने ये निर्णय लिया कि जितनी आयुष्मान भारत जो है हम अभी प्राइवेट हॉस्पिटल नहीं करेंगे जब तक कि जो पुरानी पेमेंट सरकार क्लियर नहीं करेगी। तो बहुत सारे अथॉरिटीज़ ने एश्योरेंस तो दी है, लेकिन जब तक वो पेमेंट्स आएंगी नहीं, मुझे लगता नहीं कि कोई प्राइवेट हॉस्पिटल ये कर पाएगा। सर बात कीजिए कितना समय हो चुका है कि जब बंद हुई है स्कीम? काफ़ी समय हो गया है कि जो प्राइवेट हॉस्पिटल्स ये बंद कर चुके हैं स्कीम्स। मेरे हिसाब से ऑलमोस्ट 6 महीने हो गए हैं जिसमें प्राइवेट हॉस्पिटल्स में अब ये आयुष्मान स्कीम नहीं चल रही। लेकिन आप अगर देखो कि एक हर हॉस्पिटल की एक क्रेडिट उधार देने की क्षमता है। एक जो बड़े हॉस्पिटल्स हैं उनकी थोड़ी शायद ज़्यादा देर के लिए कैपेसिटी हो, जो छोटे हॉस्पिटल्स हैं उनकी कम कैपेसिटी है। तो आयुष्मान भारत के रेट्स वैसे ही इतने लो हैं कि उनसे बस खर्चा निकल जाए इतना ही बहुत है। सो उसमें कोई हॉस्पिटल का प्रॉफिट या कोई डॉक्टर्स की फ़ीस भी पूरी नहीं होती, कई केसेस में ऐसा है। तो इतना हो जाए कि जो दवाइयों का खर्चा है वो पूरा हो जाए तो भी हॉस्पिटल खुश हैं ये स्कीम आगे चला के। लेकिन उसके लिए भी जो एक क्रेडिट होल्डिंग है कि 2 महीने, 3 महीने, 5 महीने, 1 साल, कब तक हम प्राइवेट हॉस्पिटल्स जो हैं वो पेमेंट्स को अपनी जेब से करेंगे, वो एक स्टेज पे आके वो फिर मतलब बंद करना पड़ा, जिसमें नहीं हो सकता। सेकेंडली, अभी पीछे सरकार ने एश्योरेंस दिया था, जैसे जम्मू वगैरह बाकी स्टेट्स में आयुष्मान भारत HBP2 जिसको ये बोलते हैं, तो वो 2.0 के रेट्स थोड़े से बढ़ाए उन्होंने। जैसे कुछ ऑपरेशंस के रेट सपोज़ किसी का 30,000 था, उसका 35 कर दिया, लेकिन 90% रेट्स वहीं के वहीं हैं। सो आई डोंट नो कि इन द लॉन्ग रन प्राइवेट हॉस्पिटल्स के लिए ये बेनिफिशियल होगा कि नहीं होगा। बट सरकारी स्कीम, सरकारी हॉस्पिटल्स में ऑलरेडी ये चल रहा है और प्राइवेट हॉस्पिटल्स अभी जब तक पेमेंट्स नहीं आएगी तब तक ये आगे नहीं चला पाएंगे। सर एक आखिरी सवाल, हरपाल चीमा जो वित्त मंत्री, उनका एक बयान जारी हुआ है जब PGI की जो घटना हुई है उसके बाद उन्होंने कहा कि 100 करोड़ जो है जल्दी जो है रिलीज कर दिए जाएंगे ताकि जो बकाया है राशि वो भी जो है भुगतान हो जाए, उसके बाद बाकी हॉस्पिटल को भी जो काम है सुचारू रूप से दोबारा चल सके। तो उम्मीद करते हैं आप? हाँ, उम्मीद पे दुनिया कायम है, बट एश्योरेंसेस पहले भी आ चुकी हैं। लेट्स होप दिस टाइम जैसे गवर्नमेंट कह रही है वैसे जो पेमेंट सारे हॉस्पिटल्स की पेंडिंग है वो निकलेंगी। और हम चाहते हैं कि अगर वो पेमेंट्स क्लियर हो तो IMA पंजाब दोबारा से इंस्ट्रक्शन दे कि हॉस्पिटल्स जो हैं इस स्कीम को दोबारा, क्योंकि रोज़ पेशेंट्स आके पूछते हैं जी आपके पास आयुष्मान है कि नहीं है, लाइक दैट। सो हम चाहते हैं कि शुरू हो, पर उसमें एक तो पुरानी पेमेंट्स क्लियर हों और दूसरा जो है थोड़े से, अगर आई डोंट नो कौन से प्लेटफॉर्म पे जाके ये रेट्स की बात होती है, लेकिन सरकार ने जो रेट्स रखे हैं वो सच्ची मुच्ची सिविल हॉस्पिटल के लेवल के ही रेट्स हैं।